अरविंद केजरीवाल नूं किहड़ा खतरा हो गया कोई दो सिक्योरिटियां Z+ वो भी राघव चड्डे ने किहड़ा कोई इदां दा बयान देता जां किहड़ी एड्डी वड्डी धमकी आ गई कि राघव चड्डे नूं भी तुसीं Z+ सिक्योरिटी दे दित्ती हैगी। ਇਹ ਕਹਿੰਦਾ ਸੀ ਕਿ ਜੀ ਜੇ ਤੁਹਾਨੂੰ ਡਰ ਲੱਗਦਾ ਹੈਗਾ ਤੇ ਫਿਰ ਮੁਰਗੀ ਪਾਲ ਲਓ ਤੇ ਫਿਰ ਰਾਘਵ ਚੱਡਾ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮੁਰਗੀ ਕਿਉਂ ਨਹੀਂ ਪਾਲਦੇ ਹੈਗੇ। ਮਤਲਬ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਬੇਵਕੂਫ ਬਣਾਉਣਾ ਸ਼ੁਰੂ ਕੀਤਾ ਹੀ ਉਹ ਚਰਮ ਸੀਮਾ ਤੇ ਆ। ਅਸੀਂ ਸਰਕਾਰੀ ਕੋਠੀਆਂ ਨਹੀਂ ਲਵਾਂਗੇ। ਹਜੇ ਤੱਕ 3 ਮੰਤਰੀਆਂ ਤੋਂ ਛੱਡ ਕੇ ਬਾਕੀ ਪਿਓ ਦੇ ਪੁੱਤਾਂ ਨੇ ਸਰਕਾਰੀ ਕੋਠੀਆਂ ਜਿਹੜੀਆਂ ਉੱਥੇ ਵੀ ਕਿੱਲੇ ਕਿੱਲੇ 'ਚ ਕੋਠੀਆਂ ਸੈਕਟਰ 39 ਦੇ ਵਿੱਚ ਉਹ ਪਸੰਦ ਨਹੀਂ ਆ ਰਹੀਆਂ ਹੈਗੀਆਂ ਕਿ ਭਗਵੰਤ ਮਾਨ ਰਾਘਵ ਚੱਡਾ ਤੇ ਅਰਵਿੰਦ ਕੇਜਰੀਵਾਲ ਨੂੰ ਠੋਕਣ ਨੂੰ ਫਿਰਦਾ ਹੈਗਾ ਤੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਭਗਵੰਤ ਮਾਨ ਨੂੰ ਠੋਕਣ ਤੇ ਲੱਗੇ ਹੋਏ ਨੇ। ਕਹਿੰਦੇ ਸੀ ਕਿ ਸਮਾਂ ਤਾਂ ਦਿਓ ਬਦਲਾਂਗੇ, ਸਮਾਂ ਤਾਂ ਦਿਓ, ਇਸ ਤੋਂ ਵੱਧ ਸਮਾਂ ਹੋਰ ਕਿਹੜਾ ਆਉਣਾ। ਸਮਾਂ ਕੀ 4 ਮਹੀਨੇ ਦੇ ਹੋ ਗਏ। ਮਾੜੀ ਕਿਸਮਤ ਦਾ ਦੇਸ਼ ਦੀ ਬਦਕਿਸਮਤੀ ਹੈ ਕਿ ਕਾਂਗਰਸ ਪਾਰਟੀ ਦਾ ਲਾਣਾ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਬਚਾਉਣ ਤੇ ਲੱਗਾ ਆ। ਜੇ ਉਹਨਾਂ ਨੇ ਕੁਝ ਕੀਤਾ ਨਹੀਂ ਹੈਗਾ ਫਿਰ ਕਾਹਦੀ ਡਰਨ ਦੀ ਲੋੜ ਹੈ। ਤੇ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇਸ਼ ਨੂੰ ਬਚਾਵੇ, ਟੱਬਰ ਨੂੰ ਬਾਤ ਬਚਾਵੇ। ਇਸੇ ਕਰਕੇ ਕਾਂਗਰਸ ਪਾਰਟੀ ਦੇਸ਼ ਚੋਂ ਖਤਮ ਹੋ ਗਈ ਆ। ਕਾਲੀ ਸੋਚ ਅਕਾਲੀ ਦਲ ਬਚਾਉਣ ਦੀ ਲੋੜ ਆ, ਨਾ ਕਿ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਬਚਾਉਣ ਦੀ ਲੋੜ, ਨਾ ਕਿ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਦੀ ਲੋੜ ਆ। ਹੁਣ ਮੁੜ ਸਵਾਲ ਉੱਠੇ ਨੇ ਕਿ ਨਵੇਂ ਉਸ ਤੋਂ ਵੀ ਅੱਗੇ ਨਵੇਂ ਏਜੀ ਲਾਉਣ ਦੀ ਤਿਆਰੀ ਚੱਲ ਰਹੀ ਹੈ, ਅੰਦਰ ਸਰਕਾਰ 'ਚ ਚਰਚਾ ਹੈ। ਭਗਵੰਤ ਮਾਨ ਦੇ ਮੰਤਰੀਆਂ ਨੂੰ ਉਹ ਜਿਹੜੇ PR ਹੁੰਦੇ ਨੇ ਉਹਨਾਂ ਤੇ ਨਹੀਂ ਭਰੋਸਾ ਹੈਗਾ। ਡੰਗ ਟਪਾਊ ਸਰਕਾਰ ਚੱਲ ਰਹੀ ਹੈਗੀ ਆ। 16 ਨੇ ਸੱਚ ਪ੍ਰੋਗਰਾਮ 'ਚ ਤੁਹਾਡਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਅੱਜ ਅਸੀਂ ਪੰਜਾਬ ਦੇ ਅਹਿਮ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾ ਮੁੱਦਾ ਅਸੀਂ ਗੱਲ ਕਰਾਂਗੇ ਸਿਕਿਉਰਿਟੀ ਦਾ, ਸੁਰੱਖਿਆ ਦਾ ਮਸਲਾ। ਜਦੋਂ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ, ਉਸ ਦੀਆਂ ਖਬਰਾਂ ਕਿਵੇਂ ਨਸ਼ਰ ਕਰਵਾਈਆਂ ਜਾਂਦੀਆਂ ਨੇ, ਸੋਚ ਸਮਝ ਕੇ ਉਸ ਦੇ ਉੱਤੇ ਵੀ ਬਵਾਲ ਹੋਇਆ, ਬਹੁਤ ਕੁਝ ਹੋਇਆ, ਸਿਆਸਤ ਹੋਈ। ਪਰ ਹੁਣ ਡਬਲ Z ਸਿਕਿਉਰਿਟੀ ਆ ਜਿਹੜੀ ਮਿਲੀ ਆ ਅਰਵਿੰਦ ਕੇਜਰੀਵਾਲ ਨੂੰ, ਇੱਕ ਭਾਰਤ ਸਰਕਾਰ ਦੇ ਵੱਲੋਂ, ਇੱਕ ਪੰਜਾਬ ਸਰਕਾਰ ਦੇ ਵੱਲੋਂ। ਨਾਲ ਹੀ ਰਾਘਵ ਚੱਡਾ ਨੂੰ Z+ ਸਿਕਿਉਰਿਟੀ ਦਿੱਤੀ ਗਈ। ਇਸ ਮਸਲੇ ਦੇ ਉੱਤੇ ਚਰਚਾ ਕਰਾਂਗੇ। ਕਾਂਗਰਸ ਆਪਣੇ ਇੱਕ ਹੀ ਪਰਿਵਾਰ ਨੂੰ ਬਚਾਉਣ ਦੇ ਲਈ ਸੜਕਾਂ ਤੇ ਉਤਰੀ ਆ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਤਰੀਕੇ ਉਸੇ ਤਰਜ਼ ਦੇ ਉੱਤੇ ਚੱਲ ਰਿਹਾ। ਇਹਨਾਂ ਦੀ ਸਿਆਸਤ ਬਾਰੇ ਵੀ ਅਸੀਂ ਚਰਚਾ ਕਰਾਂਗੇ। ਇੱਕ ਮਸਲਾ ਹੈ ਕਿ ਏਜੀ ਨਵੇਂ ਲਾ ਦਿੱਤੇ ਗਏ, ਪਰ ਇੱਕ ਨਵੇਂ ਏਜੀ ਦੀ ਲਾਉਣ ਦੀ ਤਿਆਰੀ ਵੀ ਚੱਲ ਰਹੀ ਹੈ। ਵਿਸਥਾਰ ਨਾਲ ਜਾਣਦੇ ਹਾਂ। ਮੇਰੇ ਨਾਲ ਇਸ ਚਰਚਾ ਦੇ ਵਿੱਚ ਹਾਜ਼ਰ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਕਿ Z+ ਸਿਕਿਉਰਿਟੀ, ਕਿਸੇ ਨੂੰ ਸਿਕਿਉਰਿਟੀ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ, ਸਰਕਾਰਾਂ ਨੇ ਅਧਿਕਾਰ ਖੇਤਰ ਉਹਨਾਂ ਨੇ ਕਰਨੇ ਆ ਫੈਸਲੇ, ਪਰ ਇਸ ਦੇ ਉੱਤੇ ਫਿਰ ਵੀ ਸਵਾਲ ਕਿਉਂ ਖੜੇ ਹੋ ਗਏ? ਮੈਨੂੰ ਲੱਗਦਾ ਕਿ ਮੇਰੇ ਸਮੇਤ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਡਰਾਮੇ ਕਰਦੇ ਹੈਗੇ ਨਾ। ਉਹ ਡਰਾਮੇ ਜਿਹੜੇ ਲੋਕ ਕਰਦੇ ਉਹਨਾਂ ਦੇ ਮੈਨੂੰ ਬਹੁਤ ਗੁੱਸਾ ਆਉਂਦਾ। ਇਹ ਡਰਾਮੇ ਕਰਦੇ ਹੁੰਦੇ ਲੋਕ ਕਿ ਅਸੀਂ ਜੀ ਸਿਆਸਤ ਬਦਲਣ ਆਏ ਆ, ਰਾਜਨੀਤੀ ਸਿੱਖਣ ਆਏ ਆ, ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਅਸੀਂ ਸਰਕਾਰੀ ਕੋਠੀਆਂ ਨਹੀਂ ਲਵਾਂਗੇ। ਤੇ ਹੁਣ ਸਿਕਿਉਰਿਟੀ ਇੱਕ ਨਹੀਂ ਦੋ ਸਿਕਿਉਰਿਟੀਆਂ ਲੈ ਰਹੇ ਹੈਗੇ। ਅਸੀਂ ਜੀ ਇਮਾਨਦਾਰ ਆ। ਮੰਤਰੀ ਤੁਹਾਡੇ ED ਫੜੀ ਫਿਰਦੀ ਹੈਗੀ ਆ, ਤੁਸੀਂ ਇਮਾਨਦਾਰ ਕਿੱਥੋਂ ਦਿਓਗੇ? ਮਤਲਬ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਬੇਵਕੂਫ ਬਣਾਉਣਾ ਸ਼ੁਰੂ ਕੀਤਾ ਹੀ ਉਹ ਚਰਮ ਸੀਮਾ ਤੇ ਆ। ਆਪਾਂ ਇਹ ਨਹੀਂ ਕਹਿੰਦੇ ਕਿ ਪਿਛਲੇ ਸਾਰੇ ਬੇਈਮਾਨ ਆ, ਪਿਛਲਿਆਂ 'ਚੋਂ ਬਹੁਤ ਸਾਰੇ ਇਮਾਨਦਾਰ ਵੀ ਆ ਗਏ ਨੇ। ਆਮ ਆਦਮੀ ਪਾਰਟੀ 'ਚ ਵੀ ਲੋਕ ਇਮਾਨਦਾਰੀ ਕਰਕੇ ਆਏ ਸੀ। ਇਮਾਨਦਾਰੀ ਇਹ ਨਹੀਂ ਹੁੰਦੀ ਸੰਦੀਪ ਕਿ ਤੁਸੀਂ ਕਰਪਸ਼ਨ ਨਹੀਂ ਕਰਦੇ। ਇਮਾਨਦਾਰੀ ਦੇ ਪੈਰਾਮੀਟਰ ਬਹੁਤ ਜ਼ਿਆਦਾ ਨੇ। ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਦੇਸ਼ ਦੇ ਜਦ ਕਾਨੂੰਨ ਹੈ ਕਿ ਦੇਸ਼ ਦਾ ਕੋਈ ਵੀ ਜਿਹੜਾ ਚੀਫ ਮਿਨਿਸਟਰ ਆ ਉਹਨੂੰ ਸੈਂਟਰ ਸਰਕਾਰ Z+ ਸਿਕਿਉਰਿਟੀ ਪ੍ਰੋਵਾਈਡ ਕਰਦੀ ਆ। ਜੇ ਹਰਿਆਣੇ ਦਾ ਮੁੱਖ ਮੰਤਰੀ ਪੰਜਾਬ ਆਊਗਾ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਸਿਕਿਉਰਿਟੀ ਪ੍ਰੋਵਾਈਡ ਕਰਨੀ। ਜੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਜਾਂਦਾ ਜਾਂ ਹਰਿਆਣੇ ਜਾਂਦਾ ਜਾਂ ਰਾਜਸਥਾਨ ਜਾਂਦਾ ਤਾਂ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਤੇ ਅਰਵਿੰਦ ਕੇਜਰੀਵਾਲ ਨੂੰ ਕਿਹੜਾ ਖਤਰਾ ਹੋ ਗਿਆ ਕੋਈ ਦੋ ਸਿਕਿਉਰਿਟੀਆਂ Z+ ਉਹ ਵੀ ਕਿ ਸੈਂਟਰ ਦੀ ਸਿਕਿਉਰਿਟੀ ਤੇ ਅਰਵਿੰਦ ਕੇਜਰੀਵਾਲ ਨੂੰ ਕੋਈ ਭੁਲੇਖਾ ਜਾਂ ਡਾਊਟ ਆ? ਔਰ ਪੰਜਾਬ ਸਰਕਾਰ ਨੇ ਕੀ ਦੇਤੀ ਹੈਗੀ ਜੀ ਪਖੰਡ ਕਰਕੇ ਭਗਵੰਤ ਮਾਨ ਨੇ ਕਿ ਜੀ ਪੰਜਾਬ ਦੇ ਕਨਵੀਨਰ ਆ। ਤੇ ਫਿਰ ਤੂੰ ਕਹਿ ਨਾ ਕਿ ਮੈਂ ਪੰਜਾਬ ਦਾ ਕਨਵੀਨਰ ਨਹੀਂ ਹੈਗਾ। ਇੰਨਾ ਤੇ ਭਗਵੰਤ ਮਾਨ ਜੇਰਾ ਦਿਖਾਵੇ। ਡਰਾਮੇ ਕਾਹਦੇ ਹੈਗੇ? ਉੱਦਾਂ ਦੇ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਵੀ ਫੈਨ ਆ ਭਗਵੰਤ ਮਾਨ ਦਾ ਕਿ ਹਾਂ ਯਾਰ ਬੜਾ ਵਧੀਆ ਪੰਜਾਬ 'ਚ ਕੁਝ ਕੰਮ ਕਰਨਾ ਚਾਹੁੰਦੇ। ਤੇ ਮੇਰੇ ਵਰਗੇ ਹੋਰ ਵੀ ਸ਼ਾਇਦ ਮੂਰਖ ਹੋਣੇ ਲੋਕ ਕਿ ਭਗਵੰਤ ਮਾਨ ਨੇ ਸਾਡੇ ਵਰਗੇ ਮੂਰਖਾਂ ਦਾ ਦਿਲ ਤੋੜਿਆ ਹੈਗਾ। ਤੇ ਇਹ ਕਹਿੰਦਾ ਸੀ ਕਿ ਜੀ ਜੇ ਤੁਹਾਨੂੰ ਡਰ ਲੱਗਦਾ ਹੈਗਾ ਤੇ ਫਿਰ ਮੁਰਗੀ ਪਾਲ ਲਓ। ਤੇ ਫਿਰ ਰਾਘਵ ਚੱਡਾ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮੁਰਗੀ ਕਿਉਂ ਨਹੀਂ ਪਾਲਦੇ ਹੈਗੇ?
ਹੁਣ ਰਾਘਵ ਚੱਡੇ ਨੂੰ 4 ਮਹੀਨੇ 'ਚ ਪੰਜਾਬ 'ਚ ਆ ਕੇ ਕਿਹੜਾ ਖਤਰਾ ਹੋ ਗਿਆ? Z+ ਸਿਕਿਉਰਿਟੀ ਜਦੋਂ ਸੰਦੀਪ ਦਿੰਦੇ ਨਾ ਤੁਸੀਂ, ਤੇ ਘੱਟੋ ਘੱਟ 60 ਤੋਂ 70 ਇੰਪਲਾਈਜ਼ ਵੈਲ ਟ੍ਰੇਨਡ ਕਮਾਂਡੋ ਲਾਉਣੇ ਪੈਂਦੇ, ਨਾਲ ਇੱਕ ਜੈਮਰ ਚੱਲਦੀ ਹੈਗੀ ਆ, ਤੇ ਨਾਲ 5-7 ਗੱਡੀਆਂ ਚੱਲਦੀਆਂ। ਹੁਣ 70 ਬੰਦੇ ਤੇ ਤੁਸੀਂ ਬਿਠਾਉਣੇ ਕਿੱਥੇ ਹੈਗੇ? ਨਾਲ ਇੱਕ ਰੋਡਵੇਜ਼ ਦੀ ਬੱਸ ਤੇ ਨਹੀਂ ਚੱਲਣੀ ਹੈਗੀ ਲਾਲਜੀਤ ਭੁੱਲਰ ਵਾਲੀ, ਠੀਕ ਹੈ, ਦੋ ਤੇ ਜਿਪਸੀਆਂ ਦੇਣੀਆਂ ਪੈਣਗੀਆਂ, ਗੱਡੀਆਂ ਦੇਣੀਆਂ ਪੈਣਗੀਆਂ। ਤੇ ਹੁਣ ਰਾਘਵ ਚੱਡਾ, ਅਰਵਿੰਦ ਕੇਜਰੀਵਾਲ, ਤੇ ਜੇ ਰਾਘਵ ਚੱਡਾ ਇੰਨਾ ਹੀ ਭਗਵੰਤ ਮਾਨ ਨੂੰ ਪਿਆਰਾ, ਹਾਲਾਂਕਿ ਵਿੱਚ ਖੜਕੀ ਇਹਨਾਂ ਦੀ ਬਹੁਤ ਜ਼ਿਆਦਾ, ਹੁਣ ਦਿਖਾਵੇ ਵਾਸਤੇ ਤਾਂ ਕੱਲ ਰਾਘਵ ਚੱਡੇ ਨੇ ਕਹਿ ਦਿੱਤਾ ਸੀ ਬੁੱਝੋ ਕੌਣ ਆਇਆ, ਦੱਸੋ ਲੋਕੀ ਬੁੱਝਣਗੇ ਕੋਈ ਕੌਣ ਬਣੇ ਕਰੋੜਪਤੀ ਦਾ ਸਵਾਲ ਪਿਆ ਰਾਘਵ ਚੱਡੇ ਨੇ। ਸਾਰਿਆਂ ਨੂੰ ਪਤਾ ਕਿ ਸਾਡਾ ਭਗਵੰਤ ਮਾਨ ਜਿਹਨੂੰ ਤੁਸੀਂ ਬੁੱਕਲ 'ਚ ਲੈ ਕੇ ਮਾਰਨਾ ਚਾਹੁੰਦੇ ਜੇ। ਹੁਣ ਤੁਸੀਂ ਇਹ ਲਾਓ ਸਾਹਿਬ ਕਿ ਜੇ ਪੰਜਾਬ ਦੇ ਵਿੱਚ 6 ਤੇ ਹੋਰ ਰਾਜ ਸਭਾ ਮੈਂਬਰ, ਉਹਨਾਂ ਨੂੰ ਨਹੀਂ ਖਤਰਾ ਹੈਗਾ? ਰਾਘਵ ਚੱਡੇ ਨੇ ਕਿਹੜਾ ਕੋਈ ਇੱਦਾਂ ਦਾ ਬਿਆਨ ਦੇ ਦਿੱਤਾ, ਜਾਂ ਇਹ ਕਿਹੜੀ ਐਡੀ ਵੱਡੀ ਧਮਕੀ ਆ ਗਈ ਕਿ ਰਾਘਵ ਚੱਡੇ ਨੂੰ ਵੀ ਤੁਸੀਂ Z+ ਸਿਕਿਉਰਿਟੀ ਦੇ ਦਿੱਤੀ ਹੈਗੀ? ਤੁਸੀਂ ਬਲਬੀਰ ਸਿੱਚੇਵਾਲ ਨੂੰ ਦੇ ਦਿਓ, ਸੰਦੀਪ ਪਾਠਕ ਨੂੰ ਕਿਉਂ ਨਹੀਂ ਦਿੱਤੀ? ਲਵਲੀ ਯੂਨੀਵਰਸਿਟੀ ਦੇ ਮਾਲਕ ਨੂੰ ਕਿਉਂ ਨਹੀਂ ਦੇਤੀ? ਲੁਧਿਆਣੇ ਦਾ ਜਿਹੜਾ ਬਿਜ਼ਨਸਮੈਨ ਉਹਨੂੰ ਕਿਉਂ ਨਹੀਂ ਦੇਤੀ? ਉਹ ਜਿਹੜੇ ਆਪਣੇ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੂੰ ਕਿਉਂ ਨਹੀਂ ਦੇਤੀ? ਰਾਘਵ ਚੱਡੇ ਨੂੰ Z+ ਸਿਕਿਉਰਿਟੀ ਦੇਤੀ, ਅਰਵਿੰਦ ਕੇਜਰੀਵਾਲ ਨੂੰ Z+ ਸਿਕਿਉਰਿਟੀ ਦੇਤੀ। ਇਹਦੇ ਉਹੀ ਹੈਗਾ ਵੀ ਅਸੀਂ ਪਹਿਲਾਂ ਸਰਕਾਰੀ ਕੋਠੀ ਲਵਾਂ। ਤੇ ਤੁਹਾਨੂੰ ਯਾਦ ਹੋਏਗਾ ਜਦੋਂ ਇਹਨਾਂ ਆ ਕੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ 'ਚ ਬੜੇ ਪੰਜਾਬ ਨੂੰ ਆ ਕੇ ਪੰਜਾਬ ਦੇ ਸਕੂਲਾਂ ਨੂੰ, ਹਸਪਤਾਲਾਂ ਨੂੰ ਬਦਨਾਮ ਕੀਤਾ ਸੀ, ਤੇ ਪ੍ਰਗਟ ਸਿੰਘ ਹੋਣਾ ਨੇ ਸਟੇਟਮੈਂਟ ਦਿੱਤੀ ਹੈਗੀ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਕੋਠੀ 'ਚ 9 ਕਰੋੜ ਰੁਪਈਆ ਖਰਚ ਕੀਤਾ ਗਿਆ। ਤੇ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਕਿ ਸਾਨੂੰ ਕੋਠੀਆਂ ਵੀ ਨਹੀਂ ਚਾਹੀਦੀਆਂ, ਤੇ ਪੰਜਾਬ ਦੇ ਜਿਹੜੇ ਮੰਤਰੀ ਨੇ ਇਹਨਾਂ ਨੂੰ ਹੁਣ 39 ਸੈਕਟਰ ਨਹੀਂ ਪਸੰਦ ਆ ਰਿਹਾ ਸੰਦੀਪ, ਕਹਿੰਦੇ ਸਾਡੇ ਲੈਵਲ ਦਾ ਨਹੀਂ ਹੈਗਾ। ਪਹਿਲਾਂ ਤਰਲੇ ਕਰਦੇ ਸੀ, ਹੁਣ ਕਹਿੰਦੇ ਸਾਡੇ ਲੈਵਲ ਦਾ ਨਹੀਂ ਹੈਗਾ। ਹਜੇ ਤੱਕ 3 ਮੰਤਰੀਆਂ ਤੋਂ ਛੱਡ ਕੇ ਬਾਕੀ ਪਿਓ ਦੇ ਪੁੱਤਾਂ ਨੇ ਸਰਕਾਰੀ ਕੋਠੀਆਂ ਜਿਹੜੀਆਂ ਉੱਥੇ ਵੀ ਕਿੱਲੇ 'ਚ ਕੋਠੀਆਂ ਸੈਕਟਰ 39 ਦੇ ਵਿੱਚ, ਉਹ ਪਸੰਦ ਨਹੀਂ ਆ ਰਹੀਆਂ ਹੈਗੀਆਂ। ਸਾਰੇ ਕਹਿੰਦੇ ਸਾਨੂੰ ਸੈਕਟਰ 2 ਦੇ ਵਿੱਚ ਦਿੱਤੀਆਂ ਜਾਣ। ਇਸੇ ਗੱਲ ਦਾ ਪੰਜਾਬੀਆਂ ਨੂੰ ਇਹ ਕਿਹਾ ਗਿਆ ਕਿ ਬਦਲਾਅ ਦੀ ਰਾਜਨੀਤੀ ਹੈ, ਪਰ ਬਦਲਾਅ ਜਿਹੜਾ ਵੇਖਣਾ ਚਾਹੀਦਾ ਸੀ, ਲਾਗੂ ਹੋਣਾ ਚਾਹੀਦਾ ਸੀ, ਨੀਤੀਆਂ 'ਚ ਨਜ਼ਰ ਨਹੀਂ ਆਉਂਦਾ। ਜਦੋਂ ਲੋਕਾਂ ਨੂੰ ਫਿਰ ਗੁੱਸਾ ਆਉਂਦਾ, ਲੋਕ ਨਾਰਾਜ਼ ਵੀ ਹੁੰਦੇ ਆ ਕਿ ਅਸੀਂ ਇਹ ਕਰ ਕੀ ਲਿਆ, ਚੁਣ ਕੀ ਲਿਆ। ਮੈਨੂੰ ਤਾਂ ਲੱਗਦਾ ਨਹੀਂ ਕੋਈ ਬਦਲਾਅ ਵਾਲੀ ਗੱਲ ਹੋਈ ਹਲੇ ਤੱਕ। ਜੋ ਪੁਰਾਣੇ ਕਰਦੇ ਆਏ ਉਹੀ ਇਹੀ ਕਰ ਰਹੇ ਹੈਗੇ ਨੇ। ਤੱਕ ਜਿਹੜੇ ਆਲੋਚਨਾ ਕਰਦੇ ਰਹੇ, ਚਾਹੇ ਆਪਣੇ ਵਰਗੇ ਪੱਤਰਕਾਰ ਹੋਣ ਜਾਂ ਲੋਕ ਹੋਣ, ਕਹਿੰਦੇ ਸੀ ਕਿ ਸਮਾਂ ਤਾਂ ਦਿਓ, ਬਦਲਾਂਗੇ, ਸਮਾਂ ਤਾਂ ਦਿਓ। ਇਸ ਤੋਂ ਬਾਅਦ ਸਮਾਂ ਹੋਰ ਕਿਹੜਾ ਆਉਣਾ? ਸਮਾਂ ਕੀ 4 ਮਹੀਨੇ ਤੇ ਹੋ ਗਏ, 56 ਮਹੀਨੇ ਬਾਕੀ ਰਹਿ ਗਏ। ਸਮਾਂ ਤਾਂ ਇੱਦਾਂ ਨਿਕਲ ਜਾਂਦਾ ਹੁੰਦਾ। ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਨਾ ਜਿਹੜੇ ਡਰਾਮੇ ਕਰਦੇ ਨਾ, ਉਹ ਜਲਦੀ ਉਹਨਾਂ ਦਾ ਪਰਦਾ ਫਾਸ਼ ਹੋ ਜਾਂਦਾ ਹੈਗਾ। ਜਿਹੜੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਜਾਂ ਰਵਾਇਤੀ ਪਾਰਟੀਆਂ ਨਾ, ਉਹ ਕਦੀ ਨਾਅਰੇ ਨਹੀਂ ਲਾਉਂਦੀਆਂ, ਝੂਠੇ ਲੋਕਾਂ ਨੂੰ ਗੁੰਮਰਾਹ ਕਰਦੀਆਂ। ਉਹ ਜੋ ਅੰਦਰੋਂ ਬਾਹਰੋਂ ਆ, ਉਹਨਾਂ ਕਦੀ ਨਹੀਂ ਕਿਹਾ ਕਿ ਅਸੀਂ ਇਮਾਨਦਾਰ ਆ। ਹਾਲਾਂਕਿ ਉਹਨਾਂ 'ਚ ਇਮਾਨਦਾਰ ਲੋਕ ਹੈਗੇ ਨੇ, ਅਕਾਲੀ ਦਲ ਦੇ ਵਿੱਚ ਵੀ ਬੜੇ ਲੋਕ ਹੈਗੇ ਨੇ, ਪਰ ਸਵਾਲ ਉਹਨਾਂ ਨੇ ਕਦੀ ਇੱਦਾਂ ਦਾ ਉਹ ਨਹੀਂ ਪੇਸ਼ ਕੀਤਾ, ਦਾਅਵਾ ਨਹੀਂ ਪੇਸ਼ ਕੀਤਾ ਹੈਗਾ। ਪਾਰਟੀਆਂ ਵੱਲੋਂ ਹਾਲਾਂਕਿ ਕੀਤੇ ਗਏ ਆ, ਨਾਅਰੇ ਦਿੱਤੇ ਗਏ ਆ ਕਿ ਸਭ ਦਾ ਸਾਥ, ਸਭ ਦਾ ਵਿਕਾਸ, ਇਸ ਤਰ੍ਹਾਂ ਦੇ ਹੋਰ ਬੜੇ ਨਾਅਰੇ ਕੰਧਾਂ ਤੇ ਦੇਖਣ ਨੂੰ ਮਿਲਦੇ ਸੀ। ਪਤਾ ਕਰਕੇ ਦਿਖਾਉਣਾ ਪੈਂਦਾ ਨਾ। ਬੀਜੇਪੀ 'ਚ ਵੀ ਬਹੁਤ ਸਾਰੇ ਇਮਾਨਦਾਰ ਲੋਕ ਨੇ, ਕਾਂਗਰਸ 'ਚ ਵੀ ਆ, ਅਕਾਲੀ ਦਲ ਦੇ ਵਿੱਚ ਵੀ ਆ, ਪੁਰਾਣੇ ਕੱਢ ਕੇ ਦੇ ਲਓ, ਸਾਰੇ ਇਮਾਨਦਾਰ ਲੋਕ ਸੀ, ਹੈ ਨਾ। ਅੱਜ ਵੀ ਅਕਾਲੀ ਦਲ ਦੇ ਕਈ ਜਿਹੜੇ ਲੀਡਰ ਹੈਗੇ ਨੇ ਜਾਂ ਕਾਂਗਰਸ ਦੇ ਲੀਡਰ, ਉਹਨਾਂ ਦੇ ਚੰਡੀਗੜ੍ਹ ਦੇ ਵਿੱਚ ਘਰ ਨਹੀਂ ਹੈਗੇ ਨਾ ਜੀ। ਤੇ ਇਸ ਕਰਕੇ ਕਹਿਣ ਦਾ ਮਤਲਬ, ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਸਿਕਿਉਰਿਟੀ ਨਹੀਂ ਲੈਣੀ, ਚਲੋ ਠੀਕ ਹੈ ਲੈ ਲਈ, ਤੇ ਹੁਣ ਦੂਰੀ ਵਾਰ ਕਿਉਂ ਲੈ ਲਈ? ਮਤਲਬ 90 ਬੰਦੇ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੇ ਰਹੀ ਹੈ, 90 ਬੰਦੇ ਤੁਹਾਨੂੰ ਪੰਜਾਬ ਗਵਰਨਮੈਂਟ ਦੇ ਰਹੀ ਹੈਗੇ। ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇੰਨਾ ਕਿਉਂ ਡਰ ਆ ਗਿਆ? ਰਾਘਵ ਚੱਡੇ ਨੂੰ ਕਾਹਦਾ ਡਰ ਆ ਗਿਆ ਨਾ? ਮਤਲਬ 70 ਕੀ ਬੰਦੇ ਇੱਥੇ ਹੋਣਗੇ, ਥੋੜ੍ਹੇ ਬਹੁਤੇ ਆਪਣੀ ਉਹਨਾਂ ਦੀ ਮਾਤਾ ਦਿੱਲੀ ਰਹਿੰਦੀ, ਸ਼ਾਇਦ ਉਹਨਾਂ ਕੋਲ ਵੀ ਬੰਦੇ ਹੋਣ। ਤੇ ਮੈਨੂੰ ਲੱਗਦਾ ਕਿ ਇਹ ਨਾ ਖੋਖਲੇ ਸੀ ਅਸਲ ਦੇ ਵਿੱਚ, ਲੋਕਾਂ ਦਾ ਨਜਾਇਜ਼ ਫਾਇਦਾ ਚੱਕਿਆ ਹੈਗਾ ਵੀ ਅਸੀਂ ਚੰਗਾ ਪ੍ਰਸ਼ਾਸਨ ਦੇਵਾਂਗੇ, ਬਦਲਾ ਦੇਵਾਂਗੇ। ਹਲੇ ਤੱਕ ਤਾਂ 4 ਮਹੀਨਿਆਂ 'ਚ ਦਿੱਤਾ ਨਹੀਂ। ਅੱਛਾ, ਲੋਕ ਵੀ ਕਹਿੰਦੇ ਟਾਈਮ ਤੋਂ ਟਾਈਮ ਕਾਹਦੇ ਵਾਸਤੇ ਦੇਣਾ ਹੈਗਾ? ਵੀ ਤੁਹਾਡੇ ਕੋਲ ਅਫਸਰ ਕਾਬਲ ਨੇ, ਤੁਸੀਂ ਕੰਮ ਕਰਕੇ ਦਿਖਾਣੇ ਹੈਗੇ ਨੇ। ਕੀਤਾ ਕੀ ਅਜੇ ਤੱਕ? ਪਿਛਲੇ ਵਾਲ ਨੂੰ ਭੰਡਿਆ ਹੀ ਹੈ ਨਾ, ਹੋਰ ਤਾਂ ਹਜੇ ਤੱਕ ਕੀਤਾ ਨਹੀਂ ਹੈਗਾ। ਤੇ ਜਿੱਦਾਂ ਤੁਸੀਂ ਕੰਮ ਕਰਨਾ ਸ਼ੁਰੂ ਕਰੋਗੇ, ਉਦੋਂ ਲੋਕ ਤੁਹਾਡੀ ਤਾਰੀਫ ਵੀ ਕਰਨਗੇ। ਹੁਣ ਭਗਵੰਤ ਮਾਨ ਦੀ ਪਤਾ ਨਹੀਂ ਕੀ ਮਜਬੂਰੀ ਆ ਗਈ ਹੈ ਕਿ ਮੈਨੂੰ ਇਹ ਲੱਗਦਾ ਹੈਗਾ ਕਿ ਭਗਵੰਤ ਮਾਨ ਰਾਘਵ ਚੱਡਾ ਤੇ ਅਰਵਿੰਦ ਕੇਜਰੀਵਾਲ ਨੂੰ ਠੋਕਣ ਨੂੰ ਫਿਰਦਾ ਹੈਗਾ, ਤੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਭਗਵੰਤ ਮਾਨ ਨੂੰ ਠੋਕਣ ਤੇ ਲੱਗੇ ਹੋਏ ਨੇ। ਉਹ ਕਹਿੰਦਾ ਅੱਛਾ ਚਲੋ ਠੀਕ ਹੈ, ਜੇ ਤੁਸੀਂ ਮੇਰੀਆਂ ਲੱਤਾਂ ਨੂੰ ਤੇ ਬਾਹਾਂ ਨੂੰ ਉਹ ਪਾਇਆ ਨਾ, ਕਿੱਲੇ ਵੱਲ ਪਾਇਆ ਹੈਗਾ, ਤੇ ਮੈਂ ਵੀ ਤੁਹਾਨੂੰ ਫਿਰ ਇੱਦਾਂ ਕਰਦਾ। ਹੁਣ ਦੋਨਾਂ ਨੂੰ, ਉਹਨੇ ਵੀ ਪਿਓ ਦੇ ਪੁੱਤ ਨੇ Z+ ਸਿਕਿਉਰਿਟੀ ਦੇ ਦਿੱਤੀ ਕਿ ਜੇ ਮੇਰੇ ਵੀ 76 ਵੱਜਣਗੇ, 76 ਤੁਹਾਡੇ ਬਰਾਬਰ ਵੱਜਣਗੇ ਨਾ। ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਸਿਆਸਤ ਹੈ ਬੜੀ ਖਤਰਨਾਕ ਹੈ ਪੰਜਾਬ ਵਾਸਤੇ। ਪੰਜਾਬ 'ਚ ਪਹਿਲਾਂ ਨਹੀਂ ਵਿਕਾਸ ਹੋਇਆ, ਤੇ 4 ਮਹੀਨਿਆਂ ਦੇ ਵਿੱਚ ਵੀ ਇਹਨਾਂ ਕੀ ਵਿਕਾਸ ਕਰਨਾ ਹੈਗਾ। ਹੁਣ ਆਪਾਂ ਕਹਿ ਦਿੰਦੇ ਕਿ ਜਦੋਂ ਟਾਈਮ ਦੇ ਦਿਓ,
ਪਰ ਕਿੰਨਾ ਕੁ ਟਾਈਮ ਦੇਣਾ, ਡਰਾਮੇ ਕਰਨੇ ਤਾਂ ਬੰਦ ਕਰ ਦੇਣਾ। ਮੈਪ ਤਾਂ ਘੱਟੋ ਘੱਟ ਦੇਖਣਾ ਚਾਹੀਦਾ ਨਾ ਨੀਤੀ 'ਚੋਂ ਵੀ ਇਹ ਚੀਜ਼ਾਂ ਹੋਣਗੀਆਂ, ਔਰ ਉਸ ਦਾ ਯਕੀਨ ਵੀ ਹੋਣਾ ਚਾਹੀਦਾ ਲੋਕਾਂ ਨੂੰ। ਯਕੀਨ ਕੀ ਅਫਸਰਾਂ ਤੇ ਨਹੀਂ ਯਕੀਨ ਕਰੀ, ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਅਫਸਰਾਂ ਤੇ ਯਕੀਨ ਨਹੀਂ ਕਰਦੀ। ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਨੇ ਸਹੁੰ ਚੁੱਕੀ ਆ, ਹੁਣ ਤੱਕ ਘੱਟੋ ਘੱਟ ਤੇ 100-150 ਪੁਲਿਸ ਅਫਸਰਾਂ ਦੇ ਤਬਾਦਲੇ ਹੋ ਗਏ। ਕਈ ਇਦਾਂ ਦੇ ਐਸਐਸਪੀ ਆ ਉਹ 4 ਮਹੀਨਿਆਂ 'ਚ 4-4 ਵਾਰ ਬਦਲ ਗਏ ਹੈਗੇ। ਤੁਹਾਨੂੰ ਅਫਸਰਾਂ ਤੇ ਵਿਸ਼ਵਾਸ ਕਰਨਾ ਪੈਣਾ। ਤੁਹਾਨੂੰ ਤੁਸੀਂ 4 ਮਹੀਨੇ ਬਾਅਦ ਪਹਿਲੀ ਵਾਰ ਦੇਖਿਆ ਹੈਗਾ ਕਿ ਜਿਹੜੇ ਮੰਤਰੀਆਂ ਦੇ ਨਾਲ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਲਗਾਏ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਸੂਚਨਾ ਅਧਿਕਾਰੀ ਕਹਿੰਦੇ, ਉਹ ਕੱਲ੍ਹ ਲਾਏ ਹੈਗੇ ਨੇ। ਮਤਲਬ ਅਫਸਰਾਂ ਨੂੰ, ਮੰਤਰੀਆਂ ਨੂੰ, ਭਗਵੰਤ ਮਾਨ ਦੇ ਮੰਤਰੀਆਂ ਨੂੰ, ਉਹ ਜਿਹੜੇ PR ਹੁੰਦੇ ਨੇ ਉਹਨਾਂ ਤੇ ਨਹੀਂ ਭਰੋਸਾ ਹੈਗਾ। ਉਹ ਕੱਲ੍ਹ ਲਾਏ 4 ਮਹੀਨੇ ਬਾਅਦ। ਡੰਗ ਟਪਾਊ ਸਰਕਾਰ ਚੱਲ ਰਹੀ ਹੈਗੀ ਆ ਵੀ ਹੁਣ ਸੋਸ਼ਲ ਮੀਡੀਆ 'ਚ ਤੁਸੀਂ 70 ਬੰਦੇ ਰੱਖ ਲਏ ਨੇ, ਸਰਕਾਰ ਉਹਨਾਂ ਥੋੜ੍ਹਾ ਚਲਾਉਣੀ ਹੈਗੀ ਆ। ਤੁਸੀਂ ਉਹਨਾਂ ਨੂੰ ਸਰਕਾਰੀ ਮੀਟਿੰਗਾਂ 'ਚ ਨਹੀਂ ਬਿਠਾ ਸਕਦੇ, ਪਰ ਪਤਾ ਨਹੀਂ ਇਹਨਾਂ ਦੇ ਸਲਾਹਕਾਰ ਕੌਣ ਨੇ। ਹੁਣ ਦੇਖੋ ADC ਦੀ ਡਿਵੈਲਪਮੈਂਟ ਦੀ ਇੱਕ ਪੋਸਟ ਹੁੰਦੀ ਸ਼ਹਿਰੀ ਹੈ ਨਾ, ਉਹ 5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਰੱਦ ਕਰ ਦਿੱਤੀ ਹੈਗੀ। ਪਤਾ ਨਹੀਂ ਉਹਦੇ 'ਚੋਂ ਕੀ ਕੱਢਣੇ ਚਾਹੁੰਦੇ ਫੰਡਾ। ਕੱਲ੍ਹ ਨੂੰ ਦੋਗੇ ਕਿ ਤੁਸੀਂ ADC ਡਿਵੈਲਪਮੈਂਟ ਹੁੰਦਾ, ਇੱਕ ADC ਜਰਨਲ ਹੁੰਦਾ, ਉਹ ਬਦਲ ਦਿਓ ਜੀ। ਪਤਾ ਨਹੀਂ ਸਰਕਾਰ ਦਾ ਸਮਝ ਨਹੀਂ ਲੱਗਦੀ ਹੈਗੀ ਕਿ ਕੀ ਕਰ ਰਹੇ, ਔਰ ਅਫਸਰ ਰੋਜ਼ ਹੀ ਬਦਲੀ ਜਾ ਰਹੇ ਨੇ ਜੀ। ਇਹ ਸਰਕਾਰ ਦੀ ਕਾਰਗੁਜ਼ਾਰੀ ਹੈ। ਤੇ ਇਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਸੱਤਾ ਵਿੱਚ ਰਹੀਆਂ, ਜੇ ਹੁਣ ਉਹਨਾਂ ਦਾ ਜ਼ਿਕਰ ਕਰੀਏ, ਖਾਸ ਕਰਕੇ ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ ਦੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਪੱਬਾਂ ਭਾਰ ਹੋਈ ਹੈ। ਇੱਕ ਪਰਿਵਾਰ ਦੀ ਰਾਜਨੀਤੀ ਨੂੰ ਬਚਾਉਣ ਦੇ ਲਈ ਜਾਂ ਉਹਨਾਂ ਨੂੰ ਬਚਾਉਣ ਦੇ ਲਈ, ਆਸਰਾ ਬਣਨ ਦੇ ਲਈ ਥਾਂ ਥਾਂ ਧਰਨੇ ਮੁਜ਼ਾਹਰੇ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ। ਦੂਜੇ ਪਾਸੇ ਕਾਂਗਰਸ ਦਾ ਇਹੀ ਹਾਲ ਹੈ, ਹਾਈ ਕਮਾਂਡ ਤੱਕ, ਇੱਥੋਂ ਲੈ ਕੇ ਦਿੱਲੀ ਤੱਕ ਇੱਕ ਪਰਿਵਾਰ ਨੂੰ ਬਚਾਉਣ ਲਈ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਆ। ਹੋਰ ਕੋਈ ਖਿਆਲ ਨਹੀਂ ਹੈ, ਹੋਰ ਕੋਈ ਏਜੰਡਾ ਨਹੀਂ ਹੈ। ਮੈਨੂੰ ਲੱਗਦਾ ਦੇਸ਼ ਦੀ ਬਦਕਿਸਮਤੀ ਆ ਕਾਂਗਰਸ ਪਾਰਟੀ। ਜੇ ਦੇਸ਼ ਅੱਜ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ 'ਚ 8 ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਡਾਊਨਫਾਲ ਆਇਆ ਨਾ, ਉਹਦੇ 'ਚ ਓਪੋਜੀਸ਼ਨ ਦਾ ਬਹੁਤ ਵੱਡਾ ਰੋਲ ਆ। ਓਪੋਜੀਸ਼ਨ ਤੇ ਸਰਕਾਰ ਦੋਨੇ ਮਿਲ ਕੇ ਚੱਲਦੀਆਂ ਤਾਂ ਦੇਸ਼ ਤਰੱਕੀ ਕਰਦੇ ਨੇ। ਔਰ ਪਹਿਲਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕਾਂਗਰਸ ਦਾ ਸਾਰਾ ਲਾਣਾ, ਇਹਨਾਂ ਨੇ ਪਹਿਲਾਂ ਆਪਣਾ ਜਵਾਈ ਬਚਾਉਣ ਦੀ ਕੋਸ਼ਿਸ਼ ਕੀਤੀ, ਰੋਬਰਟ ਵਾਡਰਾ ਨੂੰ। ਉਹਦੇ ਕੇਸ ਪਹਿਲਾਂ ਸੈਟਲ ਕੀਤੇ ਹੈਗੇ। ਹੁਣ ED ਦੇ ਚੱਕਰਾਂ 'ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਫਸੇ ਨੇ। ਹੁਣ ਸੱਤਿਆਗ੍ਰਹਿ ਦਿੱਤੇ। ਬਹੁਤੇ ਕਾਂਗਰਸੀਆਂ ਨੂੰ ਪਤਾ ਨਹੀਂ ਹੋਣਾ ਕਿ ਉਹਦਾ ਮਹਾਤਮਾ ਗਾਂਧੀ ਦਾ ਸੱਤਿਆਗ੍ਰਹਿ ਕੀ ਸੀ ਤੇ ਇਹਨਾਂ ਦਾ ਸੱਤਿਆਗ੍ਰਹਿ ਕੀ ਆ। ਮਾੜੀ ਕਿਸਮਤ ਦਾ, ਦੇਸ਼ ਦੀ ਬਦਕਿਸਮਤੀ ਹੈ ਕਿ ਕਾਂਗਰਸ ਪਾਰਟੀ, ਜਿਹੜਾ ਕਾਂਗਰਸ ਪਾਰਟੀ ਦਾ ਲਾਣਾ, ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਬਚਾਉਣ ਤੇ ਲੱਗਾ ਆ। ਜੇ ਉਹਨਾਂ ਨੇ ਕੁਝ ਕੀਤਾ ਨਹੀਂ ਹੈਗਾ, ਫਿਰ ਕਾਹਦੀ ਡਰਨ ਦੀ ਲੋੜ ਆ। ਐਵੇਂ ਤਾਂ ਨਹੀਂ ED ਫੜ ਕੇ ਤੁਹਾਨੂੰ ਅੰਦਰ ਦੇ ਦੇਗੀ। ਜੇ ਤੁਸੀਂ ਹੇਰਾ ਫੇਰੀ ਕੀਤੀ ਹੋਗੀ, ਉਸ ਜਿਹੜਾ ਅੰਗਰੇਜ਼ੀ ਦਾ ਪੇਪਰ ਹੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼ੁਰੂ ਕੀਤਾ, ਨੈਸ਼ਨਲ ਹਰਲਡ, ਜੇ ਤੁਸੀਂ ਹੇਰਾ ਫੇਰੀ ਕੀਤੀ ਹੋਗੀ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਜੇਲ੍ਹ ਜਾਣਾ ਬੰਦ ਆ। ਜੇ ਨਹੀਂ ਕੀਤੀ ਤੁਸੀਂ ਹੇਰਾ ਫੇਰੀ, ਤੇ ਦੇਸ਼ ਦਾ ਕੋਈ ਵੀ ਨਿਆਂ ਪ੍ਰਣਾਲੀ ਇੱਦਾਂ ਨਹੀਂ ਕਿ ਤੁਹਾਨੂੰ ਧੱਕੇ ਦੇ ਨਾਲ ਜੇਲ੍ਹ 'ਚ ਸੁੱਟ ਦਿੱਤੇ। ਆਖਿਰ ਤੁਸੀਂ ਉਸ ਪਰਿਵਾਰ 'ਚੋਂ ਸੰਬੰਧ ਰੱਖਦੇ ਹੋ ਜਿਸ ਪਰਿਵਾਰ ਨੇ ਦੇਸ਼ ਨੂੰ 3 ਪ੍ਰਾਈਮ ਮਿਨਿਸਟਰ ਦਿੱਤੇ ਨੇ, ਪੰਡਿਤ ਜਵਾਹਰ ਲਾਲ ਨਹਿਰੂ, ਰਾਜੀਵ ਗਾਂਧੀ, ਇੰਦਰਾ ਗਾਂਧੀ, ਹੈ ਨਾ। ਤੇ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇਸ਼ ਨੂੰ ਬਚਾਵੇ, ਟੱਬਰ ਨੂੰ ਬਾਅਦ ਬਚਾਵੇ। ਇਸੇ ਕਰਕੇ ਕਾਂਗਰਸ ਪਾਰਟੀ ਦੇਸ਼ 'ਚੋਂ ਖਤਮ ਹੋ ਗਈ ਆ ਕਿ ਆਪਣੇ ਪਹਿਲਾਂ ਰੋਬਰਟ ਵਾਡਰਾ ਨੂੰ ਬਚਾਉਂਦੇ ਰਹੇ, ਫਿਰ ਰਾਹੁਲ ਗਾਂਧੀ ਨੂੰ ਬਚਾਉਂਦੇ ਰਹੇ, ਫਿਰ ਸੋਨੀਆ ਗਾਂਧੀ ਨੂੰ ਬਚਾਉਂਦੇ ਰਹੇ। ਮਾਂ ਹਟਦੀ ਹੈ ਤਾਂ ਪੁੱਤ ਪ੍ਰਧਾਨ ਬਣ ਜਾਂਦਾ, ਪੁੱਤ ਹਟ ਜਾਂਦਾ ਮਾਂ ਪ੍ਰਧਾਨ ਬਣ ਜਾਂਦੀ। ਮਾਂ ਇਹ ਦਲੀਲ ਦਿੰਦੀ ਹੈਗੀ ਆ ਕਿ ਮੇਰੀ ਸਿਹਤ ਆਗਿਆ ਨਹੀਂ ਦਿੰਦੀ ਹੈਗੀ, ਤੇ ਰਾਹੁਲ ਗਾਂਧੀ ਪ੍ਰਧਾਨ ਬਣ ਜਾਂਦਾ। ਫਿਰ ਉਹ ਰਾਹੁਲ ਗਾਂਧੀ ਪਰਫਾਰਮੈਂਸ 0 ਹੁੰਦੀ ਆ, ਤੇ ਜਿਹੜੀ ਮਾਂ ਬਿਮਾਰ ਹੁੰਦੀ ਆ, ਜਿਹੜੀ ਪੁੱਤ ਕਰਕੇ ਅਹੁਦਾ ਛੱਡਦੀ ਆ, ਉਹ ਫਿਰ ਕੁਰਸੀ ਸਾਂਭ ਲੈਂਦੀ ਹੈਗੀ ਆ। ਇਹ ਕਾਂਗਰਸ ਦਾ ਵੀ ਡਰਾਮਾ ਹੈਗਾ। ਇਸੇ ਕਰਕੇ ਦੇਸ਼ ਦਾ ਭਾਰਤੀ ਜਨਤਾ ਪਾਰਟੀ ਕੋਲ ਮੈਜੋਰਟੀ ਆ, ਉਹ ਮੈਜੋਰਟੀ ਦੀ ਆੜ ਦੇ ਵਿੱਚ ਫੁੱਲ ਫਾਇਦਾ ਚੱਕ ਰਹੇ ਹੈਗੇ ਨੇ। ਡੈਮੋਕ੍ਰੇਸੀ ਖਤਰੇ 'ਚ ਪਾਈ ਹੋਈ ਆ, ਉਹਦੇ 'ਚ ਇੰਨੇ ਬਰਾਬਰ ਦੋਸ਼ੀ ਆ। ਸ਼੍ਰੋਮਣੀ ਅਕਾਲੀ ਦਲ ਦਾ ਵੀ ਇਹੀ ਹਾਲ ਆ। ਉੱਥੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਰੋਬਰਟ ਵਾਡਰਾ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ, ਇੱਥੇ ਬਾਦਲ ਟੱਬਰ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਕਾਲੀ ਸੋਚ ਨੂੰ ਬਚਾਉਣ ਦੀ ਲੋੜ ਆ। ਇਹ ਜਿਹੜੇ ਹੁਣ ਅੱਜ ਪ੍ਰੈਸ ਕਾਨਫਰੰਸ ਕੀਤੀ ਬਲਵਿੰਦਰ ਸਿੰਘ ਭੂੰਦੜ ਜਾਂ ਬੀਬੀ ਜਗੀਰ ਕੌਰ ਜਾਂ ਵਿਰਸਾ ਸਿੰਘ ਵਲਟੋਵਾ, ਇਹਨਾਂ ਨੂੰ ਕਾਲੀ ਸੋਚ, ਕਾਲੀ ਦਲ ਬਚਾਉਣ ਦੀ ਲੋੜ ਆ, ਨਾ ਕਿ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਬਚਾਉਣ ਦੀ ਲੋੜ, ਨਾ ਕਿ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਦੀ ਲੋੜ ਆ। ਕਾਲੀ ਦਲ ਜਿੱਦਣ ਬਚਾਉਣਾ ਸ਼ੁਰੂ ਕਰ ਦਿੱਤਾ ਹੈਗਾ, ਪੰਜਾਬ ਦੇ ਵਿੱਚ ਕਾਲੀ ਦਲ ਐ ਪੱਬਾਂ ਭਰ ਖੜਾ ਹੋ ਜਾਊਗਾ। ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਵੀ ਕਿਹਨੂੰ ਬਚਾ ਰਹੇ ਨੇ? ਸੁਖਬੀਰ ਬਾਦਲ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਹਨੂੰ ਬਚਾ ਰਹੇ ਨੇ? ਸੁਖਬੀਰ ਸਿੰਘ ਬਾਦਲ ਨੂੰ। ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਨੂੰ ਬਚਾਉਂਦੇ ਰਹਿਣਗੇ, ਅਕਾਲੀ ਦਲ ਇੱਦਾਂ ਹੀ ਲੋਕ ਮਨਾਂ 'ਚੋਂ ਉਤਰਦਾ ਰਹੂਗਾ, ਲੋਕ ਨਫ਼ਰਤ ਕਰਦੇ ਰਹਿਣਗੇ। ਔਰ ਜਿੱਦਣ ਅਕਾਲੀ ਦਲ ਨੇ ਅਕਾਲੀ ਸੋਚ ਨੂੰ,
ਅਕਾਲੀ ਇੱਕ ਕਹਿ ਸਕਦੇ ਮਿਸ਼ਨ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਖੜਾ ਹੋ ਜਾਊਗਾ। ਅਕਾਲੀ ਦਲ ਦਾ ਪੰਜਾਬ ਦੇ ਵਿੱਚ ਖੜਾ ਹੋਣਾ ਬਹੁਤ ਜ਼ਰੂਰੀ ਹੈ। ਇਸ ਅਕਾਲੀ ਦਲ ਨੇ ਪੰਜਾਬ ਵਾਸਤੇ ਦੇਸ਼ ਵਾਸਤੇ ਬੜਾ ਕੁਝ ਕੀਤਾ ਹੈਗਾ। ਔਰ ਹਰ ਗੱਲ ਇਹ ਹੈ ਕਿ ਪਹਿਲਾਂ ਮਾਸਟਰ ਤਾਰਾ ਸਿੰਘ ਕਹਿੰਦੇ ਹੁੰਦੇ ਸੀ, ਮੈਂ ਮਰਾਂ ਤੇ ਪੰਥ ਜੀਵੇ, ਪੰਥ ਦੇ ਝੰਡੇ ਹਮੇਸ਼ਾ ਝੂਲਦੇ ਰਹਿਣਗੇ, ਇਦਾਂ ਦੇ ਨਾਅਰੇ ਲੱਗਦੇ ਸੀ। ਤੇ ਹੁਣ ਕੀ ਆ, ਕਹਿੰਦੇ ਪੰਥ ਮਰੇ ਤੇ ਮੈਂ ਜੀਵਾਂ। ਤੇ ਜਦੋਂ ਪੰਥ ਮਰੇ ਤੇ ਮੈਂ ਜੀਵਾਂ ਨਾ, ਉਦੋਂ ਫਿਰ ਅਕਾਲੀ ਦਲ ਜਿਹੜਾ ਲੋਕ ਆ ਇਦਾਂ ਹੀ ਲੋਕ ਨਾ ਨਫ਼ਰਤ ਕਰਨਗੇ। ਤੇ ਇਸ ਕਰਕੇ ਅਕਾਲੀ ਦਲ ਤੇ ਕਾਂਗਰਸ ਦੋਨੇ ਹਿੰਦੁਸਤਾਨ ਦੀਆਂ ਅਜਿਹੀਆਂ ਪਾਰਟੀ ਆ ਜਿਨ੍ਹਾਂ ਦਾ ਸਭ ਤੋਂ ਪੁਰਾਣੀਆਂ ਪਾਰਟੀਆਂ ਨੇ। ਕਾਂਗਰਸ ਸਭ ਤੋਂ ਪੁਰਾਣੀ ਪਾਰਟੀ ਆ। ਨੰਬਰ 2 ਤੇ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੋਈ ਸ਼੍ਰੋਮਣੀ ਅਕਾਲੀ ਦਲ, ਜਿਹਦੀ 1920 ਚ ਸਥਾਪਨਾ ਹੋਈ। ਤੇ ਲਾ ਲਓ 100 ਸਾਲ ਦੀ ਪਾਰਟੀ ਦਾ ਹਸ਼ਰ ਦੇਖ ਲਓ। ਤੇ ਇਹ ਕਰਕੇ ਜਦੋਂ ਤੁਸੀਂ ਟੱਬਰਾਂ ਦੇ ਅਕਾਲੀ ਦਲ ਨੂੰ ਇਹ ਕਹਿੰਦਾ ਚੰਗਾ ਨਹੀਂ ਲੱਗਦਾ। ਅਕਾਲੀ ਦਲੋਂ ਇਹ ਗੱਲਾਂ ਹੁਣ ਮੂੰਹੋਂ ਕਰਦਿਆਂ ਫੱਬਦੀਆਂ ਨਹੀਂ ਹੈਗੀਆਂ ਕਿ ਜੀ ਕਾਂਗਰਸ ਪਾਰਟੀ 'ਚ ਪਰਿਵਾਰਵਾਦ ਆ, ਤੇ ਪਰਿਵਾਰਵਾਦ ਦੇ ਤੁਹਾਡੇ 'ਚ ਵੀ ਓਨਾ ਹੀ ਆ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਫਿਰ ਸੁਖਬੀਰ ਸਿੰਘ ਬਾਦਲ, ਫਿਰ ਮਨਪ੍ਰੀਤ ਸਿੰਘ ਬਾਦਲ, ਫਿਰ ਗੁਰਦਾਸ ਸਿੰਘ ਬਾਦਲ, ਫਿਰ ਹਰਸਿਮਰਤ ਕੌਰ ਬਾਦਲ, ਫਿਰ ਬਿਕਰਮ ਜੀਠੀਆ, ਫਿਰ ਜਨਮੇਜਾ ਸਿੰਘ ਸੇਖੋਂ, ਫਿਰ ਹੋਰ ਵੀ ਇਹਨਾਂ ਦੇ ਆਦੇਸ਼ ਪ੍ਰਤਾਪ ਕੈਰੋਂ, ਬਹੁਤ ਸਾਰੇ ਇਹਨਾਂ ਦੇ ਅੰਗਲੀਆਂ ਸੰਗਲੀਆਂ ਹੈਗੀਆਂ ਨੇ। ਤੇ ਪਰਿਵਾਰਵਾਦ ਫਿਰ ਜਿੰਨਾ ਕਿ ਉਹ ਸੀ ਉਹਨਾਂ ਕੀ ਹੋਆ। ਪਰ ਬਦਕਿਸਮਤੀ ਹੈਗੀ ਆ, ਜੇ ਦੇਸ਼ ਨੂੰ ਬਚਾਉਣਾ ਹੈਗਾ ਤੇ ਫਿਰ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਛੱਡਣਾ ਪਊਗਾ। ਤੇ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨਾ ਇਹਨਾਂ ਨੇ, ਜਿਹੜਾ ਬਾਕੀ ਜਿਹੜਾ ਲਾਣਾ ਬਚਿਆ ਹੈਗਾ, ਤੇ ਫਿਰ ਬਾਦਲ ਟੱਬਰ ਜਿਹੜਾ ਉਹਦਾ ਇਹਨਾਂ ਨੂੰ ਖਹਿੜਾ ਛੱਡਣਾ ਪਊਗਾ, ਤਾਂ ਅਕਾਲੀ ਦਲ ਬਚਦਾ ਹੈਗਾ। ਹੁਣ ਪਤਾ ਨਹੀਂ ਅਕਾਲੀ ਦਲ ਵਾਲੇ, ਖਾਸ ਕਰਕੇ ਸੁਖਬੀਰ ਸਿੰਘ ਬਾਦਲ, ਕੰਧ ਤੇ ਲਿਖਿਆ ਜਿਹੜਾ ਬੰਦਾ ਨਹੀਂ ਨਾ ਪੜ੍ਹਦਾ ਹੈਗਾ, ਉਹ ਅੱਜ ਵੀ ਕੋਰਾ ਵਾ ਤੇ ਕੱਲ ਵੀ ਕੋਰਾ ਹੈਗਾ, ਉਹਨੂੰ ਫਿਰ ਸਮਝ ਨਹੀਂ ਲੱਗ ਸਕਦੀ। ਜੀ, ਇੱਕ ਹੋਰ ਮਸਲਾ ਆ, ਪੰਜਾਬ ਦੀ ਕਾਨੂੰਨਨ ਸੀਟ ਸਭ ਤੋਂ ਉੱਚਾ ਉਹਦਾ ਹੁੰਦਾ ਐਡਵੋਕੇਟ ਜਨਰਲ ਦਾ। ਕੱਲ ਸਾਰਿਆਂ ਦੇ ਸਾਹਮਣੇ ਮੀਡੀਆ ਦੇ ਰਾਹੀਂ ਲੋਕਾਂ ਤੱਕ ਗੱਲ ਪਹੁੰਚੀ, ਹਾਲਾਂਕਿ ਉਹਨਾਂ ਦਾ ਦਾਅਵਾ ਕਿ 19 ਜੁਲਾਈ ਨੂੰ ਅਸਤੀਫਾ ਲਿਖ ਦਿੱਤਾ ਗਿਆ ਸੀ। ਭਗਵੰਤ ਮਾਨ ਮਨਾਉਂਦੇ ਰਹੇ, ਅੰਦਰੋਂ ਕਸ਼ਮਕਸ਼ ਚੱਲਦੀ ਰਹੀ, ਨਵੇਂ ਏਜੀ ਲਗਾ ਦਿੱਤੇ ਗਏ ਵਿਨੋਦ ਘਈ। ਪਰ ਹੁਣ ਮੁੜ ਸਵਾਲ ਉੱਠੇ ਨੇ ਕਿ ਨਵੇਂ, ਉਸ ਤੋਂ ਵੀ ਅੱਗੇ ਨਵੇਂ ਏਜੀ ਲਾਉਣ ਦੀ ਤਿਆਰੀ ਚੱਲ ਰਹੀ ਹੈ, ਅੰਦਰ ਸਰਕਾਰ 'ਚ ਚਰਚਾ ਹੈ। ਬਿਲਕੁਲ, ਸਭ ਤੋਂ ਵੱਡੀ ਗੱਲ ਕਿ ਦੇਖੋ, ਆਪਾਂ ਕੱਲ ਵੀ ਜ਼ਿਕਰ ਕੀਤਾ ਹੈ ਕਿ ਵਿਨੋਦ ਕਈ ਬੜੇ ਕਾਬਲ ਵਕੀਲ ਨੇ, ਬੜੇ ਤਜਰਬੇਕਾਰ ਨੇ। ਕ੍ਰਿਮੀਨਲ ਜਿਹੜੀ ਹੁੰਦੀ ਨਾ ਸੈਕਸ਼ਨ, ਉਹਦੇ ਬੜੇ ਫੇਮਸ ਵਕੀਲ ਨੇ। ਉਹ ਕਿਸੇ ਦਾ ਵੀ ਕੇਸ ਲੜ ਸਕਦਾ, ਚਾਹੇ ਕੋਈ ਚੋਰ ਹੈ, ਚਾਹੇ ਲੁਟੇਰਾ, ਚਾਹੇ ਡਾਕੂ, ਚਾਹੇ ਬਲਾਤਕਾਰੀ, ਚਾਹੇ ਕਾਤਲ ਆ, ਹੈ ਨਾ। ਉਹਦਾ ਪੇਸ਼ਾ, ਫੀਸ ਲੈਣੀ ਆ। ਰਾਮ ਜੇਠ ਮਲਾਨੀ ਵੀ ਦੂਜਿਆਂ ਲੋਕਾਂ ਦੇ, ਦੂਜੀ ਪਾਰਟੀ ਦੇ ਲੋਕਾਂ ਦੇ ਲੜਦੇ, ਪੀ ਚਿਦੰਬਰ ਵੀ ਪੇਸ਼ ਹੁੰਦੇ ਰਹੇ ਨੇ, ਅਰੁਣ ਜੇਤਲ ਵੀ ਪੇਸ਼ ਹੁੰਦੇ। ਉਹ ਇੱਕ ਪੇਸ਼ਾ। ਪਰ ਪੰਜਾਬ ਦੇ ਮਸਲੇ ਵਿੱਚ ਇੱਕ ਮਸਲਾ ਬੇਅਦਬੀ ਦਾ, ਉਹਨੂੰ ਧਿਆਨ 'ਚ ਰੱਖ ਕੇ ਕਹਿੰਦੇ ਡੇਰਾ ਸੌਦਾ ਸਾਧ ਵਾਲਾ ਸੀ ਜਿਹੜਾ ਰਾਮ ਰਹੀਮ, ਉਹਦਾ ਸਿੱਧੇ ਤੌਰ ਤੇ ਹਰ ਮਸਲੇ 'ਚ ਵਕਾਲਤ ਕੀਤੀ ਉਹਨਾਂ ਨੇ। ਬਸ ਪੰਗਾ ਇਹ ਆ ਕਿ ਘੱਟੋ ਘੱਟ ਇਹਨਾਂ ਦੇ ਸੋਚ ਲੈਂਦੇ, ਜਦੋਂ ਤੁਸੀਂ ਐਡਵੋਕੇਟ ਜਨਰਲ ਲਾਉਣਾ ਹੈ ਨਵਾਂ, ਵਿਨੋਦ ਘਈ ਦਾ ਪਿਛੋਕੜ ਦੇਖ ਲੈਂਦੇ ਕਿ ਉਹਨਾਂ ਨੇ ਸਟੇਟ ਦੇ ਖਿਲਾਫ ਲੜੇ ਕੇਸ ਕਿ ਜਾਂ ਹੱਕ 'ਚ ਲੜੇ ਹੈਗੇ ਨੇ। ਹੁਣ ਜਿੰਨੇ ਕੇਸ ਨੇ ਜਿਹੜੇ ਲੋਕਾਂ ਨੇ ਫਰੋਲ ਮਾਰੇ ਹੈਗੇ ਨਾ, ਵੀ ਡੇਰੇ ਸੱਚਾ ਸੌਦਾ ਦੇ ਨਾਲ ਹੀ ਰਿਲੇਟਡ, ਬਾਬੇ ਜਿਹੜਾ ਬਲਾਤਕਾਰੀ ਆ, ਕਾਤਲ ਬਾਬਾ ਜਿਹੜਾ ਜੇਲ੍ਹ 'ਚ ਸਜ਼ਾ ਭੁਗਤ ਰਿਹਾ, ਉਹਦੇ ਰਿਲੇਟਡ ਕੇਸ ਲੜੇ ਨੇ। ਸਮੇਤ ਸੈਣੀ ਦੇ ਹੱਕ 'ਚ ਕੇਸ ਲੜੇ ਹੈਗੇ ਨੇ। ਜਿਹੜਾ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਮੰਤਰੀ ਵਿਜੇ ਸਿੰਗਲਾ, ਉਹਦੇ ਕੇਸ, ਭਾਰਤ ਭੂਸ਼ਣ, ਬਹੁਤ ਸਾਰੇ, ਸ਼ਗਨਪ੍ਰੀਤ, ਬਹੁਤ ਸਾਰੇ ਲੋਕਾਂ ਦੇ ਕੇਸ ਲੜੇ। ਤੇ ਲਾਜ਼ਮੀ ਤੌਰ 'ਤੇ ਪੰਗਾ ਪੈ ਗਿਆ। ਲੇਕਿਨ ਸਾਨੂੰ ਜਿਹੜੀ ਜਾਣਕਾਰੀ ਮਿਲੀ ਆ, ਨਹੀਂ ਤੇ ਕੱਲ ਫਾਈਲ ਕਲੀਅਰ ਹੋ ਰਹੀ ਸੀ, ਹਰੀ ਝੰਡੀ ਮਿਲ ਜਾਣੀ ਸੀ। ਫਿਰ ਰਾਘਵ ਚੱਡਾ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦਾ ਪੈ ਗਿਆ ਪੇਚਾ। ਭਗਵੰਤ ਮਾਨ ਕਹਿੰਦਾ ਹੈਗਾ ਜੇ ਤੁਸੀਂ ਵਿਨੋਦ ਘਈ ਨੂੰ ਲਾਤਾ, ਮੈਨੂੰ ਤੇ ਪੰਜਾਬ ਦੇ ਪਿੰਡਾਂ 'ਚ ਲੋਕਾਂ ਨੇ ਵੜ ਨਹੀਂ ਦੇਣਾ ਹੈਗਾ, ਮੇਰੇ ਐਮਐਲਏ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦੇਣਾ। ਵੀ ਉਦੋਂ ਤੇ ਤੁਸੀਂ ਜਾ ਕੇ ਬੜੀਆਂ ਬੜਕਾਂ ਮਾਰਦੇ, ਪੱਟ ਤੇ ਥਾਪੀਆਂ ਮਾਰਦੇ ਕਿ ਸਾਡੀ ਸਰਕਾਰ ਬਣ ਜੇ ਤੇ ਅਸੀਂ ਗੁਰੂ ਸਾਹਿਬ ਜੀ ਜਿਹੜੀ ਬੇਅਦਬੀ ਉਹਦਾ ਇਨਸਾਫ ਦਿਵਾਵਾਂਗੇ। ਉਹ ਵੀ 24 ਘੰਟਿਆਂ ਦੇ ਵਿੱਚ ਵੱਡੀਆਂ ਗੱਲਾਂ ਕਰਦੇ ਸੀ। ਤੇ ਹੁਣ ਤੁਸੀਂ ਜਾ ਕੇ ਮੋਹਲਤ ਮੰਗ ਲਈ ਹਰਜੋਤ ਬੈਂਸ ਤੇ ਕੁਲਤਾਰ ਸਿੰਘ ਸੰਧਵਾ ਨੇ, ਤੇ ਹੁਣ ਤੁਸੀਂ ਵਿਨੋਦ ਘਈ ਲਾਤਾ। ਹੁਣ ਵਿਨੋਦ ਘਈ ਜਦੋਂ ਕੇਸ ਚੱਲ ਰਹੇ ਨੇ, ਉੱਥੇ ਕਿਹਦਾ ਪੱਖ ਪੂਰੂਗਾ। ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਇੱਥੋਂ ਕਹਿੰਦੇ ਆ ਕਿ ਜਿਹੜੇ ਅਨਮੈਚਿਓਰ ਤੇ ਜਿਹੜੇ ਨੌਨ ਪੋਲੀਟੀਕਲ ਲੋਕਾਂ ਦੇ ਹੱਥਾਂ ਦੇ ਵਿੱਚ ਸੱਤਾ ਆ ਜੇ ਨਾ, ਆਮ ਆਦਮੀ ਪਾਰਟੀ ਨੌਨ ਪੋਲੀਟੀਕਲ ਲੋਕ ਨੇ, ਜਦੋਂ ਅਜਿਹੇ ਲੋਕਾਂ ਦੇ ਵਿੱਚ ਸੱਤਾ ਆ ਜੇ ਤੇ ਉਹ ਮੁਹੰਮਦ ਤੁਗਲਕ ਦੇ ਬਰਾਬਰ ਹੀ ਆ। ਤੇ ਮੈਨੂੰ ਇਹ ਲੱਗਦਾ ਕਿ ਹੁਣ ਜਿਹੜਾ ਨਵਾਂ ਐਡਵੋਕੇਟ ਜਨਰਲ ਦੀ ਚੱਲ ਰਿਹਾ, ਵਿਨੋਦ ਘਈ ਦਾ ਨਾਮ ਨਹੀਂ ਫਾਈਨਲ ਹੋਏਗਾ। ਲੜਾਈ ਪੈ ਗਈ ਇਹਨਾਂ ਦੇ ਵਿੱਚ। ਅਰਵਿੰਦ ਕੇਜਰੀਵਾਲ ਨੇ ਫਿਰ ਇਹਨੂੰ, ਭਗਵੰਤ ਮਾਨ ਨੂੰ ਦਿੱਲੀ ਤਲਬ ਕਰ ਲਿਆ ਹੈਗਾ, ਤੇ ਹੁਣ ਨਵਾਂ ਨਾਮ ਚੱਲਿਆ ਹੈਗਾ। ਹੋ ਸਕਦਾ ਹੋਰ ਨਾਮ ਹੋਵੇ,
GS ਬਲ ਨਵੇਂ ਐਡਵੋਕੇਟ ਜਨਰਲ ਹੋ ਸਕਦੇ ਨੇ, ਪਰ ਇਹ ਪੱਕਾ ਕਿ ਵਿਨੋਦ ਘਈ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਫਸ ਚੁੱਕੀ ਹੈ ਗਿਆ ਕਿ ਜੇ ਵਿਨੋਦ ਘਈ ਨੂੰ ਲਾਤਾ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪ੍ਰੈਸ਼ਰ 'ਚ, ਰਾਘਵ ਚੱਡਾ ਦੇ ਪ੍ਰੈਸ਼ਰ 'ਚ, ਹਾਲਾਂਕਿ ਵਿਗੜੀ ਇਹਨਾਂ ਦੀ, ਬੜੇ ਮਤਭੇਦ ਹੋ ਗਏ ਨੇ, ਜੇ ਮਜਬੂਰੀ ਫਿਰ ਭਗਵੰਤ ਮਾਨ ਅਜੇ ਤੱਕ ਤੇ ਵਿਚਾਰਾ ਮਜਬੂਰੀਆਂ ਦਿਖਾ ਰਿਹਾ ਕਿ ਆਪਣੀਆਂ ਕਮਜ਼ੋਰੀਆਂ ਦਿਖਾ ਰਿਹਾ, ਜੇ ਉਹਨੇ ਫਿਰ ਮਜਬੂਰੀ ਦਿਖਾਤੀ ਤਾਂ ਲਾਜ਼ਮੀ ਤੌਰ 'ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਜਾਂ ਮੰਤਰੀ ਨਾ ਉਹ ਫਿਰ ਪੰਜਾਬ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਜਾਣਗੇ। ਤੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਸਟੈਂਡ ਲੈਣਾ ਪੈਣਾ ਹੈਗਾ। ਔਰ ਜਿੰਨੀਆਂ ਵੀ ਹੁਣ ਤੁਸੀਂ ਖੋਲ ਦੇਖ ਲਓ, ਜਿਹੜੇ ਆਪਾਂ ਖਬਰਾਂ ਕਰਦੇ ਆ, ਬਾਕੀ ਲੋਕ ਕਰਦੇ, ਉਹਦੇ ਜੋ ਕਮੈਂਟ ਪੜ੍ਹਦੇ ਹੈਗੇ ਨੇ, ਸਾਰੇ ਕਹਿ ਰਹੇ ਭਗਵੰਤ ਮਾਨ ਨੂੰ ਤੂੰ ਸਟੈਂਡ ਲੈ ਯਾਰ, ਤੇਰੇ ਨਾਲ ਪੰਜਾਬ ਆ, ਅਸੀਂ ਤੇਰੇ ਨਾਲ ਖੜੇ ਆ। ਪਰ ਭਗਵੰਤ ਮਾਨ ਦਿੱਲੀ ਵਾਲਿਆਂ ਦੇ ਨਾਲ ਖੜਾ ਹੈਗਾ। ਪਰ ਇਹ ਕਲੀਅਰ ਹੈਗਾ ਕਿ ਵਿਨੋਦ ਘਈ ਦੇ ਨਾਮ ਤੇ ਜਿਹੜੀ ਕੱਲ ਮੋਹਰ ਲੱਗਣੀ ਸੀ ਗਵਰਨਰ ਵੱਲੋਂ, ਫਾਈਲ ਰੁਕ ਗਈ ਆ। GS ਬਲ ਦਾ ਨਾਮ ਚੱਲ ਗਿਆ। GS ਬਲ ਲੱਗਦੇ ਜਾਂ ਨਹੀਂ ਲੱਗਦੇ, ਪਰ ਫਿਲਹਾਲ ਇਹ ਆ ਕਿ ਵਿਨੋਦ ਘਈ ਵੀ ਨਹੀਂ ਲੱਗ ਰਹੇ। ਇੱਕ ਆਖਰੀ ਸਵਾਲ ਇਹ ਹੈ ਇਸੇ AG ਦੀ ਪੋਸਟ ਨਾਲ ਜੁੜਿਆ, ਜਦੋਂ ਅਸੀਂ ਵੀ ਗੱਲ ਕੀਤੀ, ਜਿਹੜੇ ਅਨਮੋਲ ਰਤਨ ਸਿੱਧੂ ਸੀ ਸੀਨੀਅਰ ਵਕੀਲ, ਉਹਨਾਂ ਦਾ ਕਹਿਣਾ ਸੀ ਕਿ ਮੇਰੇ ਨਿੱਜੀ ਕਾਰਨ ਸੀ, ਖੁੱਲ੍ਹ ਕੇ ਉਹਨਾਂ ਨੇ ਨਹੀਂ ਦੱਸੀ ਗੱਲ, ਉਹਨਾਂ ਦੀ ਆਪਣੀ ਇੱਛਾ ਹੋ ਸਕਦੀ ਹੈ। ਪਰ ਇੱਕ ਪਾਸੇ ਕਿਹਾ ਗਿਆ ਕਿ ਉਹ ਮੈਨੂੰ ਮਨਾਉਂਦੇ ਵੀ ਰਹੇ, ਉਹਨਾਂ ਨੇ ਕਿਹਾ ਭਗਵੰਤ ਮਾਨ ਮੈਨੂੰ ਮਨਾਉਂਦੇ ਰਹੇ, ਮੈਂ 19 ਜੁਲਾਈ ਦਾ ਅਸਤੀਫਾ ਦਿੱਤਾ ਸੀ। ਪਰ ਦੂਜੇ ਪਾਸੇ ਜਦੋਂ ਮੀਡੀਆ ਨੇ ਸਵਾਲ ਕੀਤੇ ਭਗਵੰਤ ਮਾਨ ਨੂੰ, ਤਾਂ ਉਸ ਦੇ ਵਿੱਚ ਉਹ ਕਹਿ ਕੇ ਅੱਗੇ ਨੂੰ ਨਿਕਲ ਗਏ ਜਵਾਬ ਦਿੰਦੇ ਹੋਏ ਕਿ ਪ੍ਰਸ਼ਾਸਨਿਕ ਬਦਲਾਅ ਤਾਂ ਹੁੰਦੇ ਰਹਿੰਦੇ ਆ, ਉਹਨਾਂ ਦਾ ਮੂੰਹ ਉਸ ਤਰੀਕੇ ਨਾਲ ਬਣਿਆ ਨਹੀਂ ਔਰ ਅੱਗੇ ਚਲੇ ਗਏ। ਫਿਰ ਇਹ ਦੋਵਾਂ ਗੱਲਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਹੈ। ਇੱਥੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਜਬੂਰੀ ਤਾਂ ਹੈ ਅੰਦਰੋਂ ਅੰਦਰੀ। ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਨੂੰ ਅਜੇ ਤੱਕ ਕਹਿੰਦਾ ਕੁਛ ਹੈ, ਕਰਦਾ ਕੁਛ ਹੈ, ਜੋ ਕਰਦਾ ਉਹ ਕਹਿੰਦਾ ਨਹੀਂ ਹੈਗਾ। ਨਾਲੇ ਕਹਿੰਦੇ ਕਿ ਮਨਾਉਂਦੇ ਰਹੇ, ਨਾਲੇ ਕਹਿੰਦੇ ਕਿ ਪ੍ਰਸ਼ਾਸਨਿਕ ਬਦਲਾਅ ਹੁੰਦੇ ਰਹਿੰਦੇ। ਉਹ ਕਾਹਦਾ ਪ੍ਰਸ਼ਾਸਨਿਕ ਬਦਲਾਅ ਜਿਹੜਾ ਤੁਸੀਂ 4-4 ਮਹੀਨਿਆਂ ਬਾਅਦ AG ਬਦਲ ਦੋ ਨੇ? ਤੇ ਮੈਨੂੰ ਲੱਗਦਾ ਕਿ ਪੂਰੀ ਦਾਲ ਹੀ ਕਾਲੀ ਦੀ ਗੱਲ। ਦੇਖੋ, ਰਿਜ਼ਲਟ ਲੈਣਾ ਹੈਗਾ ਅਨਮੋਲ ਰਤਨ ਸਿੱਧੂ ਨੇ ਸੀ, ਟੀਮ ਉਹਨੇ ਆਪਣੀ ਤਿਆਰ ਕਰਨੀ ਸੀ, ਤੇ ਉਹਦੇ ਕੋਲ ਰਿਜ਼ਲਟ ਲੈਣਾ ਸੀ ਭਗਵੰਤ ਮਾਨ ਨੇ। ਹੁਣ ਟੀਮ ਤੇ ਚੁਣਨੀ ਦਿੱਲੀ ਵਾਲਿਆਂ ਨੇ, ਤੇ ਫਿਰ ਅਨਮੋਲ ਰਤਨ ਸਿੱਧੂ ਕਿੱਥੋਂ ਰਿਜ਼ਲਟ 100% ਦੇ ਦਿੰਦਾ? ਪੰਗਾ ਇੱਥੇ ਪੈ ਗਿਆ। ਇਹੋ ਹੀ ਬੇੜਾ ਗਰਕ ਕੀਤਾ ਸੀ ਅਤੁਲ ਨੰਦਾ ਨੇ। ਉਹਨੇ ਵੀ ਦਿੱਲੀ ਤੋਂ ਚੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਧਰਾਸ਼ਟਰ ਵਾਲੀਆਂ ਸੀ ਅੱਖਾਂ ਬੰਨੀਆਂ ਹੋਈਆਂ ਸੀ, ਅਤੁਲ ਨੰਦਾ ਨੇ ਮੌਜਾਂ ਮਾਣੀਆਂ। ਜਿਹੜੀ 50 ਨੰਬਰ ਕੋਠੀ ਜਿੱਥੇ ਅੱਜ ਕੱਲ੍ਹ ਰਾਘਵ ਚੱਡਾ ਰਹਿੰਦਾ, ਉਹਦੇ ਤੇ 4 ਕਰੋੜ ਰੁਪਈਆ ਲਾਇਆ ਸੀ ਉਸ ਰਾਜੇ ਮਹਾਰਾਜੇ ਨੇ, ਅਤੁਲ ਨੰਦਾ ਨੇ। ਠੀਕ ਹੈ ਜੀ, ਉੱਥੇ ਅੱਜ ਕੱਲ੍ਹ ਰਾਘਵ ਚੱਡਾ ਰਹਿੰਦਾ। ਉਹਨੇ ਵੀ ਦਿੱਲੀੋਂ ਚੱਕ ਕੇ ਲੈ ਆਂਦੇ ਬੰਦੇ, ਸੋਹਣੇ ਬੰਦੇ ਲੈ ਆਂਦੇ ਸੀ ਚੱਕ ਕੇ। ਤੇ ਇਹ ਦਿੱਲੀ ਵਾਲੇ ਵੀ ਕਹਿੰਦੇ ਨੇ ਕਿ ਸੋਹਣੇ ਬੰਦੇ ਅਸੀਂ ਵੀ ਰੱਖ ਲਈਏ ਇੱਥੇ। ਦਿੱਲੀ ਜ਼ਿਆਦਾ ਵਕੀਲ ਕਾਬਲ ਹੋਣਗੇ ਸ਼ਾਇਦ ਨਾ, ਸੋਹਣੇ ਸੁਨੱਖੇ ਨਵੇਂ ਮੁੰਡੇ, ਨਵੇਂ ਕੁੜੀਆਂ, ਸਭ ਕੁਛ ਨਵੇਂ ਤਜਰਬੇ। ਤੇ ਉਹ ਹੁਣ ਜਿਹੜਾ ਪੰਗਾ ਪੈ ਗਿਆ ਹੈਗਾ ਇਸ ਮਸਲੇ ਦੇ ਵਿੱਚ। ਤੇ ਹੁਣ ਭਗਵੰਤ ਮਾਨ ਜੋ ਮਰਜ਼ੀ ਕਹੀ ਚਲੇ, ਪਰ ਅਨਮੋਲ ਰਤਨ ਸਿੱਧੂ ਦੇ ਨਾਲ ਤੁਸੀਂ ਵੀ ਜਿਹੜੀ ਗੱਲਬਾਤ ਕੀਤੀ ਹੈਗੀ, ਉਹਦੇ 'ਚੋਂ ਕਿਹਾ ਗਿਆ ਕਿ ਰਾਘਵ ਚੱਡਾ ਬੜਾ ਇੰਟੈਲੀਜੈਂਟ ਆ। ਜਦੋਂ ਤੁਸੀਂ ਕਹਿੰਦੇ ਨਾ ਬੜਾ ਇੰਟੈਲੀਜੈਂਟ ਆ, ਉਹ ਤੇ ਬੜਾ ਸਟਰੈਸ ਦਾ ਜਿੱਤਾ ਹੈਗਾ, ਤੇ ਉਹਦੇ ਜਿਹੜੇ ਬੜੇ ਮਾਇਨੇ ਨਿਕਲਦੇ। ਲੇਕਿਨ ਇਹ ਆ ਕਿ ਅਨਮੋਲ ਰਤਨ ਸਿੱਧੂ ਤੇ ਦੇ ਗਿਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਅਜਿਹਾ ਐਡਵੋਕੇਟ ਆ ਜਿਹੜਾ ਕਿਸੇ ਹਾਈ ਕੋਰਟ ਬਾਰ ਐਸੋਸੀਏਸ਼ਨ ਦਾ 8 ਵਾਰ ਪ੍ਰੈਜ਼ੀਡੈਂਟ ਬਣਿਆ ਹੋਵੇ। ਕਾਬਲ ਹੀ ਹੋਊਗਾ ਨਾ ਜੀ, ਇੰਨਾ ਤਜਰਬਾ ਹੈਗਾ। ਤੇ ਜੇ ਤੁਹਾਨੂੰ ਇਹ ਕਹਿ ਕੇ ਆਪਣਾ ਖਹਿੜਾ ਛਡਾਉਣਾ ਪੈ ਰਿਹਾ ਕਿ ਪ੍ਰਸ਼ਾਸਨਿਕ ਬਦਲਾਅ, ਤੇ ਜਿਹੜਾ ਹੁਣ ਤੁਸੀਂ ਵਿਨੋਦ ਘਈ ਦਾ ਤੁਸੀਂ ਪਿਛੋਕੜ ਦੇਖਿਆ ਨਹੀਂ, ਉਹਨੇ ਸਾਰੇ ਡੇਰਾ ਸੱਚਾ ਸੌਦਾ ਦੇ ਹੱਕ 'ਚ ਕੇਸ ਲੜੇ ਨੇ। ਤੇ ਫਿਰ ਇੱਥੇ ਪ੍ਰਸ਼ਾਸਨਿਕ ਬਦਲਾਅ ਕਿਹੜਾ? ਮਤਲਬ ਹੈ ਕਿ ਸਰਕਾਰ ਕੋਲ ਤਜਰਬਾ ਨਹੀਂ ਆ। ਜੇ ਭਗਵੰਤ ਮਾਨ ਆਪਣੇ ਦਿਮਾਗ ਤੋਂ ਵਰਤੇ, ਆਪਣਾ ਦਿਮਾਗ ਇਸਤੇਮਾਲ ਕਰੇ, ਤੇ ਮੈਨੂੰ ਲੱਗਦਾ ਕਿ ਦਿੱਲੀ ਵਾਲਿਆਂ ਦੀ ਲੋੜ ਨਹੀਂ ਹੈਗੀ, ਵਧੀਆ ਚਲਾ ਸਕਦਾ। ਕਿਉਂਕਿ ਲੋਕਾਂ 'ਚ ਰਿਹਾ ਹੈਗਾ, ਪਿੰਡਾਂ 'ਚ ਰਿਹਾ ਹੈਗਾ। ਜਿਹੜੇ ਪੁਰਾਣੇ ਲੀਡਰ ਸੀ ਨਾ ਸੰਦੀਪ, ਜਦੋਂ ਆਪਾਂ ਉਹਨਾਂ ਬਾਰੇ ਪੜ੍ਹਦੇ ਜਾਂ ਸੁਣਦੇ ਨੇ, ਚਾਹੇ ਗਿਆਨੀ ਜੈਲ ਸਿੰਘ, ਚਾਹੇ ਬੇਅੰਤ ਸਿੰਘ, ਚਾਹੇ ਪ੍ਰਕਾਸ਼ ਸਿੰਘ ਬਾਦਲ, ਉਹ ਲੋਕਾਂ 'ਚ ਰਹਿੰਦੇ ਸੀ। ਤੇ ਜਿਹੜਾ ਬੰਦਾ ਲੋਕਾਂ 'ਚ ਰਹਿੰਦਾ ਹੁੰਦਾ ਨਾ, ਉਹਨੂੰ ਜ਼ਿਆਦਾ ਤਜਰਬਾ ਹੁੰਦਾ। ਤੇ ਜਿਹੜੇ ਆਉਂਦੇ ਨਾ ਉੱਪਰ ਪੈਰਾਸ਼ੂਟ ਰਾਹੀਂ, ਰਾਘਵ ਚੱਡੇ ਵਰਗੇ ਲੋਕ, ਅਰਵਿੰਦ ਕੇਜਰੀਵਾਲ ਚਲੋ ਸੰਘਰਸ਼ ਕੀਤਾ ਹੈਗਾ, ਉਹ ਤਜਰਬੇ ਦੀ ਘਾਟ ਹੋ ਜਾਂਦੀ, ਕਿਉਂਕਿ ਉਹ ਤੇ ਇੱਕ IRS ਆਫਿਸਰ ਹੀ ਤਜਰਬਾ ਹੈਗਾ ਸੀ। ਤੇ ਜਦੋਂ ਤੁਸੀਂ ਆਪਣੇ ਨੂੰ ਛੱਡ ਕੇ ਦੂਜਿਆਂ ਦੇ ਉੱਪਰ ਵਾਗਡੋਰ ਸੰਭਾਲ ਦੋ ਨਾ, ਫਿਰ ਸਟੇਟ ਦਾ ਨੁਕਸਾਨ ਆਪਣਾ ਤੇ ਹੋਏਗਾ। ਅਸੀਂ ਨਹੀਂ ਚਾਹੁੰਦੇ ਹੈਗੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਕਹਿੰਦਾ ਰਹੇ ਹੁਣ ਤੱਕ ਕਿ ਪੰਜਾਬ ਦਾ ਬੇੜਾ ਗਰਕ ਕਰ ਗਏ ਪਿਛਲੇ, ਤੇ ਜਿਹੜੀ 27 ਦੇ ਵਿੱਚ ਨਵੀਂ ਸਰਕਾਰ ਆਊਗੀ, ਉਹ ਕਹਿਣਗੇ ਕਿ ਬੇੜਾ ਗਰਕ ਕਰ ਗਿਆ ਭਗਵੰਤ ਮਾਨ। ਅਸੀਂ ਇਹ ਨਹੀਂ ਚਾਹੁੰਦੇ ਕਿ ਭਗਵੰਤ ਮਾਨ ਦਾ ਵੀ ਉਸੇ ਸੂਚੀ ਦੇ ਵਿੱਚ ਨਾਮ ਸ਼ਾਮਲ ਹੋਵੇ। ਵੇਲਾ ਹਜੇ ਵੀ ਹੈਗਾ ਭਗਵੰਤ ਮਾਨ ਨੂੰ, ਜੇ ਕੁਝ ਕਰਕੇ ਦਿਖਾਉਣਾ ਹੋਵੇ ਨਾ ਤੇ ਕਰਕੇ ਦਿਖਾਵੇ। ਠੀਕ ਆ, ਪੋਲੀਟੀਕਲ ਮਸਲਿਆਂ ਦੇ ਤੁਸੀਂ ਹਾਈ ਕਮਾਨ ਦੇ ਨਾਲ ਚਰਚਾ ਕਰ ਸਕਦੇ ਹੋ,
ਪਰ ਪ੍ਰਸ਼ਾਸਨਿਕ ਮਸਲਿਆਂ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਨਹੀਂ। ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਲੋਕ ਯਾਦ ਕਰਦੇ ਸੀ ਕਿ ਉਹਨੇ ਹਾਈ ਕਮਾਂਡ ਦੀ ਪਰਵਾਹ ਨਹੀਂ ਕੀਤੀ ਸੀ, ਪਾਣੀ ਦੇ ਜਿਹੜੇ ਹੈਗੇ ਸੀ ਕਾਨੂੰਨ ਉਹ ਰੱਦ ਕਰ ਦਿੱਤੇ ਸੀ। ਉਹ ਹਾਲਾਂਕਿ ਮਸਲਾ ਡਿਸਕਸ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਹਰਿਆਣੇ 'ਚ ਵੀ ਇਹਨਾਂ ਸਰਕਾਰ ਸੀ, ਰਾਜਸਥਾਨ 'ਚ ਉਹਨੇ ਪਰਵਾਹ ਨਹੀਂ ਕੀਤੀ ਕਿਉਂਕਿ ਤੁਹਾਡਾ ਪਹਿਲੀ ਪ੍ਰਾਇੋਰਟੀ ਕੀ ਹੋਣੀ ਚਾਹੀਦੀ ਆ? ਸਟੇਟ। ਤੇ ਭਗਵੰਤ ਮਾਨ ਦੀ ਜਿਹੜੀ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਆ ਪੰਜਾਬ, ਫਿਰ ਹੋਣਾ ਚਾਹੀਦਾ ਦਿੱਲੀ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਆ ਭਗਵੰਤ ਮਾਨ ਨੇ ਬਹੁਤ ਗਲਤੀ ਕੀਤੀ ਕਿ ਰਾਘਵ ਚੱਡੇ ਨੂੰ ਤੇ ਉਹਨੂੰ Z+ ਅਰਵਿੰਦ ਕੇਜਰੀਵਾਲ ਨੂੰ ਵੈਸੇ ਸਾਡੇ ਲਈ ਇੱਕ ਹੋਰ ਦੇ ਦੇਣ, ਠੀਕ ਹੈ ਜੀ, ਪਰ ਸਵਾਲ ਹੈ ਇੱਕ ਮਜ਼ਾਕ ਦਾ ਪਾਤਰ ਤੇ ਅਰਵਿੰਦ ਕੇਜਰੀਵਾਲ ਖੁਦ ਬਣ ਗਿਆ ਕਿ ਲੋਕ ਜਨਰਲ ਨੌਲੇਜ ਦਾ ਸਵਾਲ ਪੁੱਛਿਆ ਕਰਨਗੇ ਕਿ 2022 ਦੇ ਵਿੱਚ ਕਿਹੜਾ ਦੇਸ਼ ਦਾ ਮੁੱਖ ਮੰਤਰੀ ਸੀ ਜਿਹਦੇ ਕੋਲ 2 Z+ ਸਿਕਿਉਰਿਟੀ, ਤੇ ਲੋਕੀ ਕਹਿਣਗੇ ਅਰਵਿੰਦ ਕੇਜਰੀਵਾਲ। ਜੀ ਬਹੁਤ ਸ਼ੁਕਰੀਆ, ਧੰਨਵਾਦ। 16 ਆਨੇ ਸੱਚ ਦੇ ਵਿੱਚ ਅਸੀਂ ਉਹ ਕੁਝ ਗੱਲਾਂ ਕੀਤੀਆਂ ਨੇ ਜਿਹੜੀਆਂ ਪੰਜਾਬ ਦੇ ਭਖ ਦੇ ਮਸਲੇ ਨੇ। ਸਿੱਧੇ ਤੌਰ ਦੇ ਉੱਤੇ ਸਿਆਸਤ ਹੈ ਜਿਹੜੀ ਉਹ ਜੁੜੀ ਹੋਈ ਹੈ ਲੋਕਾਂ ਦੇ ਨਾਲ, ਤੇ ਲੋਕਾਂ ਦੇ ਮਸਲਿਆਂ ਦੇ ਉੱਤੇ ਗੱਲ ਹੋਣੀ ਬਹੁਤ ਲਾਜ਼ਮੀ ਹੈ। ਫਿਲਹਾਲ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਮੈਨੂੰ ਦਿਓ ਆਗਿਆ, ਧੰਨਵਾਦ।